ਕਰਤਾਰ ਸਿੰਘ ਸਰਾਭਾ ਇਹਨੂੰ ਚਲਾਉਂਦਾ ਸੀ ਗੇੜ ਕੇ ਤੇ ਨਾਲ ਉਦੋਂ ਕਹਿੰਦਾ ਹੁੰਦਾ ਸੀ ਸੇਵਾ ਦੇਸ਼ ਦੀ ਜ਼ਿੰਦਗੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਕੱਲੀਆਂ ਨੇ। ਇਹ ਉਹ ਪ੍ਰੈਸ ਅੱਜ ਵੀ ਉੱਥੇ ਪਈ ਹੋਈ। ਜਦੋਂ ਇਹ ਪਾਰਟੀਸ਼ਨ ਤੋਂ ਪਹਿਲਾਂ ਬਹੁਤ ਸਾਰੇ ਉਦੋਂ ਗਦਰੀ ਅੰਡੇਮਾਨ ਕਾਲੇ ਪਾਣੀ ਜੇਲ੍ਹਾਂ ਸਨ, ਬਹੁਤ ਸਾਰੇ ਫਾਂਸੀ ਲੱਗ ਗਏ ਸੀ ਔਰ ਬਹੁਤ ਉਹਨਾਂ ਦੇ ਸਾਥੀ ਸੀ ਜਿਹੜੇ ਬਾਅਦ 'ਚ ਰਿਹਾ ਹੋ ਕੇ ਆਏ ਵੀ। ਤੇ ਉਹਨਾਂ ਸਾਰਿਆਂ ਦੀ ਇੱਕ ਇੱਛਾ ਸੀ ਵੀ ਜਿਨ੍ਹਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਸਾਥੀਆਂ ਦੀ, ਉਹਨਾਂ ਦੀ ਕੋਈ ਯਾਦਗਾਰ ਹੋਣੀ ਚਾਹੀਦੀ। ਗਦਰ ਪਾਰਟੀ ਦੀ ਜਿਹੜੀ ਹਿਸਟਰੀ ਨੂੰ ਸਾਂਭਿਆ ਜਾਵੇ ਔਰ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਸੰਭਾਲੀ ਜਾਵੇ। ਗਦਰੀ ਸੂਰਬੀਰਾਂ ਨੇ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਜਾਂ ਉਹਨਾਂ ਦੇ ਨਾਲ ਲੱਗੇ ਰਹੇ ਸੀ, ਉਹਨਾਂ ਨੇ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਆਪਣੀਆਂ ਜ਼ਮੀਨ ਜਾਇਦਾਦਾਂ ਵੇਚ ਕੇ ਇਹ ਜਗ੍ਹਾ 4 ਏਕੜ ਜਗ੍ਹਾ ਮੁੱਲ ਲਈ ਸੀ ਔਰ ਉਹਦੇ ਵਿੱਚ ਲੋਕਾਂ ਤੋਂ ਪੈਸਾ ਇਕੱਠੇ ਕੀਤੇ। ਕੈਨੇਡਾ ਅਮਰੀਕਾ ਤੋਂ ਫੰਡ ਆਇਆ ਔਰ ਇਹ ਬਿਲਡਿੰਗ ਬਣੀ ਜਿਹਨੂੰ ਉਹਨਾਂ ਨੇ ਨਾਂ ਦਿੱਤਾ ਸੀ ਗਦਰ ਪਾਰਟੀ ਮਾਰਟੀਅਰਜ਼ ਮੈਮੋਰੀਅਲ। ਇਸ ਦੇ ਉੱਤੇ ਬਹੁਤ ਸਾਰੇ ਗਦਰ ਪਾਰਟੀ ਦੇ ਜਿਹੜੇ ਸ਼ਹੀਦਾਂ ਨੂੰ, ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਹੁਣਾਂ ਦੇ ਦੌਰ ਤੱਕ, ਬਾਬਰ ਅਕਾਲੀਆਂ ਤੱਕ ਇੱਥੇ ਫਾਂਸੀ ਲੱਗੇ। ਇਹ ਗਦਰ ਪਾਰਟੀ ਦਾ ਕਨਸਟੀਟਿਊਸ਼ਨ ਹੈ, ਸੰਵਿਧਾਨ ਗਦਰ ਪਾਰਟੀ ਦਾ। ਜੇ ਤੁਸੀਂ ਇਹਨੂੰ ਗੌਰ ਨਾਲ ਪੜ੍ਹੋ ਤਾਂ ਤੁਹਾਨੂੰ ਪਤਾ ਲੱਗੇਗਾ ਵੀ ਉਹਨਾਂ ਦੀ ਕਿੰਨੀ ਵੱਡੀ ਸੋਚ ਸੀ। ਉਹ ਸਾਰੀ ਦੁਨੀਆ ਦੇ ਵਿੱਚ ਇੱਕ ਬਰਾਬਰੀ ਵਾਲਾ ਸਮਾਜ ਚਾਹੁੰਦੇ ਸੀ ਔਰ ਇਹ ਕਨਸਟੀਟਿਊਸ਼ਨ ਜਿਹੜਾ ਉਹਨਾਂ ਨੇ ਸਭ ਤੋਂ ਪਹਿਲਾਂ ਹੱਥ ਨਾਲ ਲਿਖ ਕੇ ਲਾਇਆ ਹੋਇਆ। ਤੇ ਇਹ ਉਹ ਅਦਾਲਤ ਹੈ ਜਿੱਥੇ ਕੋਈ ਦਲੀਲ, ਕੋਈ ਵਕੀਲ, ਕੁਛ ਨਹੀਂ, ਸਾਰਾ ਕੁਛ ਸਮਰੀ ਟ੍ਰਾਇਲ ਕਰਕੇ ਉਹਨਾਂ ਨੂੰ ਲਾਹੌਰ ਕੌਂਸਪੀਰੇਸੀ ਕੇਸਿਸ ਕਹਿੰਦੇ ਸੀ, ਉਹੀ ਗਵਾਹ ਹਰ ਕੇਸ 'ਚ ਤੱਟ ਫੱਟ ਫੈਸਲੇ, ਇੱਕੋ ਦਿਨ 'ਚ ਸਭ ਕੁਝ, ਕਿਸੇ ਨੂੰ ਉਮਰ ਕੈਦ, ਫਾਂਸੀ। ਇਹਨਾਂ ਨੇ ਮੋਰਚੇ ਲਾਏ ਔਰ ਇਹ ਹੱਥਕੜੀਆਂ ਬੇੜੀਆਂ ਦੇ ਵਿੱਚ ਜਕੜੇ ਹੋਏ ਨੇ। ਇਹ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ 1938 ਦੀ ਫੋਟੋਗ੍ਰਾਫ ਹੈ, ਜਦੋਂ ਇਹਨਾਂ ਨੇ ਕਿਸਾਨੀ ਮੋਰਚਾ ਲਾਇਆ ਸੀ, ਉਦੋਂ ਮੋਗਾ ਮੋਰਚਾ ਨੂੰ ਕਹਿੰਦੇ ਆ। ਬਾਬਰ ਅਕਾਲੀ ਲਹਿਰ ਦੇ ਕੇਸ ਦੇ ਵਿੱਚ ਇਸੇ ਜੇਲ੍ਹ ਦੇ ਵਿੱਚ ਬੰਦ ਕਰਕੇ ਔਰ ਇਸ ਫਾਂਦੇ ਤੇ ਫਾਂਸੀ ਲਟਕਾਇਆ ਸੀ ਉਹਨਾਂ ਦੀਆਂ ਡੈਡ ਬੋਡੀਜ਼ ਨੇ। ਜਿੱਦਾਂ ਤਸੀਹੇ ਦਿੰਦੇ ਸੀ, ਸਜ਼ਾਵਾਂ ਦਿੰਦੇ ਸੀ। ਉੱਥੇ ਅੰਡੇਮਾਨ ਜੇਲ੍ਹ ਦੇ ਵਿੱਚ ਨਾਰੀਅਲ ਬਹੁਤ ਹੁੰਦਾ, ਉੱਥੇ ਨਾਰੀਅਲ ਤੋੜ ਕੇ ਉਹਦਾ ਤੇਲ ਕੱਢਣ ਦੀਆਂ ਸਜ਼ਾਵਾਂ ਦਿੰਦੇ ਸੀ। ਕੋਲੂ ਗੜਾਉਂਦੇ ਸੀ ਹੱਥ ਨਾਲ। ਜਲ੍ਹਿਆਂਵਾਲੇ ਬਾਗ ਦਾ ਮੈਸੇਕਰ ਦਾ ਜਿਹੜਾ ਸੀਨ ਸੀ, ਉਹ ਖੂਨੀ ਕਾਂਡ 13 ਅਪ੍ਰੈਲ ਨੂੰ 1919 ਦਾ, ਉਹਨੂੰ ਦਰਸਾਇਆ ਗਿਆ। ਇਸ ਖੂਹ ਦੀ ਪਟਾਈ ਕਰਕੇ ਉਹਦੇ ਵਿੱਚੋਂ ਅਸ਼ਤੀਆਂ ਨਿਕਲੀਆਂ ਨੇ ਉਹਨਾਂ ਬਹਾਦਰ ਸਿਪਾਹੀਆਂ ਦੀਆਂ ਜਿਨ੍ਹਾਂ ਨੂੰ ਬਗਾਵਤ ਕੀਤੀ ਸੀ। ਇਹ ਅਜਨਾਲੇ ਦੇ ਵਿੱਚ ਹੈ ਨੇ ਉਹਨਾਂ ਦੀ ਸਕਲਜ਼, ਬੋਨਸ। ਇਹ ਉਹ ਖੂਹ ਦੀਆਂ ਇੱਟਾਂ ਨੇ, ਇਹ ਉਹ ਖੂਹ ਦੀ ਮਿੱਟੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋ ਸਨੇਹਾ ਟੀਵੀ ਤੇ ਮੈਂ ਹਾਂ ਸ਼ਗੁਨ। ਇਸ ਵਕਤ ਮੈਂ ਮੌਜੂਦ ਹਾਂ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ, ਜਿੱਥੇ ਕਿ ਇੱਕ ਲਾਇਬ੍ਰੇਰੀ ਵੀ ਬਣੀ ਹੋਈ ਹੈ ਬੱਚਿਆਂ ਦੇ ਪੜ੍ਹਨ ਦੇ ਲਈ ਔਰ ਇਸ ਦੇ ਨਾਲ ਹੀ ਇੱਥੇ ਜਿਹੜਾ ਰੰਗਮੰਚ ਵੀ ਖੇਡਿਆ ਜਾਂਦਾ ਹੈ। ਔਰ ਜਿਹੜੀ ਮੇਨ ਗੱਲ ਯਾਦਗਾਰ ਦੇਸ਼ ਭਗਤ ਯਾਦਗਾਰ ਹਾਲ ਦੀ ਹੈ ਕਿ ਜਿਹੜੇ ਗਦਰ ਪਾਰਟੀ ਦੇ ਸ਼ਹੀਦ ਨੇ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਇੱਕ ਜਿਹੜਾ ਮਿਊਜ਼ੀਅਮ ਬਣਾਇਆ ਗਿਆ ਹੈ। ਉਸ ਮਿਊਜ਼ੀਅਮ ਦੇ ਵਿੱਚ ਕੀ ਕੁਝ ਮੌਜੂਦ ਹੈ, ਕਿੱਦਾਂ ਬਣਾਇਆ ਗਿਆ ਹੈ, ਕਿਉਂ ਬਣਾਇਆ ਗਿਆ ਹੈ, ਇਹ ਸਾਰੀਆਂ ਗੱਲਾਂ ਜਾਣਾਂਗੇ। ਸਭ ਤੋਂ ਪਹਿਲਾਂ ਜੋ ਅੱਜ ਸ਼ਖਸ ਮੇਰੇ ਨਾਲ ਮੌਜੂਦ ਹੈ, ਦੇਸ਼ ਭਗਤ ਯਾਦਗਾਰ ਹਾਲ ਦੇ ਜਨਰਲ ਸਕੱਤਰ, ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਸਰ ਜੀ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਥੈਂਕ ਯੂ ਸਰ, ਜੇ ਗੱਲ ਕਰੀਏ ਦੇਸ਼ ਭਗਤ ਯਾਦਗਾਰ ਹਾਲ ਦੀ, ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹੂੰਗੀ ਕਿ ਦੇਸ਼ ਭਗਤ ਯਾਦਗਾਰ ਹਾਲ ਹੈ ਕੀ ਤੇ ਕਿਉਂ ਬਣਿਆ ਸੀਗਾ? ਦੇਖੋ ਬੇਟਾ, ਜੇ ਤੁਸੀਂ ਹਿੰਦੁਸਤਾਨ ਦੀ ਆਜ਼ਾਦੀ ਦੀ ਹਿਸਟਰੀ ਨੂੰ ਪੜ੍ਹੋ, ਇਹਦੇ ਬਾਰੇ ਜਾਣੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਜਦੋਂ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ, ਪੰਜਾਬ ਸਭ ਤੋਂ ਅਖੀਰਲੀ ਸਟੇਟ ਸੀ ਜਦੋਂ ਅੰਗਰੇਜ਼ ਇੱਥੇ ਆਏ, ਤੇ ਪੂਰੇ ਹਿੰਦੁਸਤਾਨ 'ਤੇ ਉਹਨਾਂ ਦਾ ਕਬਜ਼ਾ ਹੋ ਗਿਆ ਸੀ। ਅਤੇ ਪੰਜਾਬ ਹੀ ਉਹ ਪਹਿਲੀ ਸਟੇਟ ਸੀ ਜਿਹਨੇ ਅੰਗਰੇਜ਼ਾਂ ਦੇ ਖਿਲਾਫ ਆਜ਼ਾਦੀ ਦੀ ਲੜਾਈ ਦਾ ਬਿਗਲ ਵਜਾਇਆ ਸੀ। 1849 ਤੋਂ ਹੀ ਪੰਜਾਬ ਤੋਂ ਅੰਗਰੇਜ਼ ਸਾਮਰਾਜ ਦੇ ਖਿਲਾਫ ਆਜ਼ਾਦੀ ਦੀ ਲੜਾਈ ਦਾ ਸ਼ੁਰੂਆਤ ਹੋ ਗਈ ਸੀ। ਇਸੇ ਸਾਰੇ ਵੱਡੇ ਇਤਿਹਾਸਕ ਦੌਰ ਦੇ ਵਿੱਚ ਜਿਹੜੀ ਇੱਕ ਗਦਰ ਪਾਰਟੀ ਦਾ ਰੋਲ ਸੀ, ਇਹਦੀ ਕੋਈ ਲੰਬੀ ਹਿਸਟਰੀ ਹੈ। ਗਦਰ ਪਾਰਟੀ ਕਿਵੇਂ ਬਣੀ? ਬੇਸ਼ੱਕ ਉਦੋਂ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਆਰਥਿਕ ਤੰਗੀਆਂ, ਕੰਗਾਲੀ, ਭੁੱਖਮਰੀ ਤੋਂ ਬਾਅਦ ਜਿਹੜੇ ਕਰਜ਼ੇ ਦੇ ਮਾਰੇ ਜਿਹੜੇ ਪੰਜਾਬੀ ਸੀ, ਉਹ ਰੋਜ਼ੀ ਰੋਟੀ ਦੀ ਭਾਲ ਦੇ ਵਿੱਚ ਬਾਹਰ ਗਏ ਸੀ। ਇਹਦੇ ਪਿੱਛੇ ਵੱਡੀ ਬੈਕਗਰਾਊਂਡ ਵੀ ਕਿਹੋ ਜਿਹੇ ਹਾਲਾਤ ਬਣੇ। ਜ਼ਮੀਨਾਂ ਦੇ ਉੱਤੇ ਜਦੋਂ ਅਭਿਆਨਾ ਵਧਿਆ ਸਾਰਾ ਕੁਛ, ਇਹ ਹਾਲਾਤ ਇਹੋ ਜਿਹੇ ਪੈਦਾ ਹੋ ਗਏ ਸੀ ਵੀ ਇਹਨਾਂ ਨੂੰ ਫੌਜ 'ਚ ਭਰਤੀ ਕਰਨ ਲਈ ਅੰਗਰੇਜ਼ ਮਜਬੂਰ ਕਰਦੇ ਸੀ ਔਰ ਜ਼ਮੀਨਾਂ ਆਬਾਦ ਕਰਾਉਣ ਲਈ ਜੇ ਉੱਥੇ ਫਸਲ ਹੁੰਦੀ ਉੱਤੇ ਮਾਮਲੇ ਬਹੁਤ ਸੀ, ਟੈਕਸ ਬਹੁਤ ਸੀ। ਸੋ ਇਹ ਪੰਜਾਬੀਆਂ ਦਾ ਜਿਹੜਾ ਬਾਹਰ ਜਾਣ ਦਾ ਸਿਲਸਿਲਾ ਉਦੋਂ ਸ਼ੁਰੂ ਹੋਇਆ ਸੀ। ਬੇਸ਼ੱਕ ਇਹ ਉਦੋਂ
ਗਏ ਤਾਂ ਰੋਜ਼ੀ ਰੋਟੀ ਦੀ ਭਾਲ 'ਚ ਸੀ, ਚੰਗੇ ਭਵਿੱਖ ਲਈ ਉੱਥੇ ਕੈਨੇਡਾ ਅਮਰੀਕਾ ਵੱਲ ਨੂੰ ਗਏ। ਪਰ ਉੱਥੇ ਜਾ ਕੇ ਜਦੋਂ ਇਹਨਾਂ ਨੇ ਮਹਿਸੂਸ ਕੀਤਾ ਵੀ ਆਜ਼ਾਦ ਮੁਲਕਾਂ ਦੇ ਵਿੱਚ, ਆਜ਼ਾਦ ਨੇਸ਼ਨ ਤੇ ਦੂਜਿਆਂ ਦੇ ਗੁਲਾਮਾਂ 'ਚ ਕਿੰਨਾ ਕੁ ਫਰਕ ਹੈ, ਇਹ ਮਹਿਸੂਸ ਉੱਥੇ ਹੋਇਆ ਜਦੋਂ ਬਾਬਾ ਸੋਹਣ ਸਿੰਘ ਪਕਣਾ ਹੋਣੀ ਉੱਥੇ ਬਾਹਰ ਕੈਨੇਡਾ ਦੇ ਵਿੱਚ ਸੀ, ਫਾਰਮਾਂ ਦੇ ਵਿੱਚ ਕੰਮ ਕਰਨਾ, ਉੱਥੇ ਲੱਕੜ ਦੀਆਂ ਫੈਕਟਰੀਆਂ 'ਚ ਕੰਮ ਕਰਦੇ ਸੀ, ਸੜਕਾਂ ਰੇਲਾਂ ਦੇ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਕੰਮ ਸੀ। ਸੋ ਉਸ ਵੇਲੇ ਇਹ ਗਦਰ ਪਾਰਟੀ ਦੀ ਸ਼ੁਰੂਆਤ ਹੋ ਗਈ ਸੀ। ਉੱਥੇ ਇਹਨਾਂ ਨੇ ਹਿੰਦੁਸਤਾਨੀ ਪੈਸੀਫਿਕ ਐਸੋਸੀਏਸ਼ਨ ਬਣੀ, ਇੱਕ ਵੱਡੀ ਹਿਸਟਰੀ ਉਹਦੀਆਂ ਮੀਟਿੰਗਾਂ ਹੋਣੀਆਂ, ਗੁਰਦੁਆਰੇ ਬਣੇ, ਲਾਲਾ ਹਰਦਿਆਲ ਦਾ ਜੁੜਨਾ ਇਹਨਾਂ ਦੇ ਨਾਲ ਔਰ ਕਰਤਾਰ ਸਿੰਘ ਸਰਾਭੇ ਹੋਣਾ ਦਾ, ਇੱਕ ਸਾਰੀ ਇੱਕ ਹਿਸਟਰੀ ਗਦਰ ਪਾਰਟੀ ਦੀ ਹੈ। ਔਰ 1913 'ਚ ਬਕਾਇਦਾ ਇੱਕ ਗਦਰ ਪਾਰਟੀ ਉੱਥੇ ਬਣ ਗਈ ਸੀ ਅਸਟੋਰੀਆ ਦੇ ਵਿੱਚ, ਜਿਹਦੀ ਉੱਥੇ ਯਾਦਗਾਰ ਬਣੀ ਹੋਈ ਹੈ। ਜੇ ਤੁਸੀਂ ਦੇਖੋ ਤਾਂ ਸਾਰਾ ਉਸ ਵੇਲੇ ਦਾ ਸਿਲਸਿਲਾ ਜਿਹੜੀ ਉਹਦੀ ਯਾਦ ਦੇ ਵਿੱਚ ਉਹਨਾਂ ਨੇ ਬਣਾਇਆ ਹੋਇਆ, ਉਸ ਅਸਟੋਰੀਆ ਦੇ ਵਿੱਚ ਇਹ ਬਣੀ ਸੀ ਪਹਿਲੀ ਮੀਟਿੰਗ। ਔਰ ਉਦੋਂ ਹੀ ਇਹਨਾਂ ਨੇ ਇੱਕ ਗਦਰ ਅਖਬਾਰ ਪੰਜਾਬੀ, ਉਰਦੂ, ਹਿੰਦੀ ਲਿਟਰੇਚਰ ਛਾਪਣਾ, ਗਦਰ ਉੱਥੇ ਹੈੱਡਕੁਆਟਰ ਬਣਾਇਆ ਇਹਨਾਂ ਨੇ ਸਾਨ ਫਰਾਂਸਿਸਕੋ ਦੇ ਵਿੱਚ। ਅੱਜ ਵੀ ਉਹ ਮੌਜੂਦ ਹੈ ਬਿਲਡਿੰਗ, ਇਹ ਜਿਹੜਾ ਹਿੰਦੁਸਤਾਨ ਯੁਗਾਂਦਰ 5 ਵੁੱਡ ਸਟਰੀਟ ਸਾਨ ਫਰਾਂਸਿਸਕੋ ਦੇ ਵਿੱਚ ਇਹ ਹੈੱਡਕੁਆਟਰ ਹੈ ਸਾਰਾ। ਅਤੇ ਇਹ ਗਦਰ ਪ੍ਰੈਸ ਲਾਈ ਉੱਥੇ, ਜਿਹਦੇ ਉੱਤੇ ਇਹ ਉਹ ਪ੍ਰੈਸ ਪਹਿਲਾਂ ਇਹ ਮੈਨੂਅਲ ਸੀ, ਹੱਥ ਨਾਲ ਇਹਨੂੰ ਗੇੜਨਾ ਪੈਂਦਾ ਸੀ। ਕਰਤਾਰ ਸਿੰਘ ਸਰਾਭਾ ਇਹਨੂੰ ਚਲਾਉਂਦਾ ਸੀ ਗੇੜ ਕੇ, ਅਤੇ ਨਾਲ ਉਦੋਂ ਕਹਿੰਦਾ ਹੁੰਦਾ ਸੀ ਸੇਵਾ ਦੇਸ਼ ਦੀ ਜ਼ਿੰਦਗੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ। ਇਹ ਉਹ ਪ੍ਰੈਸ ਅੱਜ ਵੀ ਉੱਥੇ ਪਈ ਹੋਈ, ਜਿੱਥੇ ਗਦਰ ਅਖਬਾਰ ਦੀ, ਗਦਰ ਦੀ ਗੂੰਜ, ਇਹ ਸਾਰਾ ਲਿਟਰੇਚਰ ਛਪਦਾ ਸੀ। ਸੋ ਉਹਨਾਂ ਨੇ ਹਿੰਦੁਸਤਾਨ, ਉਹਨਾਂ ਦੀ ਇੱਕ ਬੜੀ ਤਿੱਖੀ ਸੂਝ ਸੀ, ਦੂਰ ਅੰਦੇਸ਼ੀ ਸੀ। ਉਹਨਾਂ ਨੇ ਪੰਜਾਬੀ, ਹਿੰਦੀ, ਉਰਦੂ, ਇੰਗਲਿਸ਼ ਦੇ ਵਿੱਚ ਵੀ ਇਹ ਸਾਰਾ ਲਿਟਰੇਚਰ ਬਣਾਇਆ ਔਰ ਵੰਡਦੇ ਸੀ। ਗਦਰ ਦੀ ਗੂੰਜ, ਦੇਸ਼ ਭਗਤਾਂ ਦੀ ਬਾਣੀ, ਇਹ ਬੜੀਆਂ ਇਹੋ ਜਿਹੀਆਂ ਕਵਿਤਾਵਾਂ ਸੀ ਜਿਹੜੀਆਂ ਝੰਜੋੜਦੀਆਂ ਸੀ ਪੰਜਾਬੀਆਂ ਨੂੰ। ਔਰ ਉਹਨਾਂ ਨੇ ਜਥੇਬੰਦ ਕਰਕੇ 1913 ਦੇ ਵਿੱਚ ਹਮਲਾ ਸ਼ੁਰੂ ਕੀਤਾ ਸੀ ਵੀ ਦੇਸ਼ ਚੱਲੀਏ, ਸਭ ਤੋਂ ਪਹਿਲਾਂ ਆਪਾਂ ਨੂੰ ਮੁਲਕ ਨੂੰ ਆਜ਼ਾਦ ਕਰਾਉਣਾ। ਔਰ ਗਦਰ ਪਾਰਟੀ ਦੀ ਇੱਕ ਸੁਨੇਹੇ ਦੇ ਉੱਤੇ, ਇੱਕ ਕਾਲ 'ਤੇ 8,500 ਸਿਪਾਹੀ ਜਿਹੜੇ ਦੇਸ਼ਾਂ ਸੀ ਕੈਨੇਡਾ ਅਮਰੀਕਾ ਦੇ ਵਿੱਚ, ਉਹ ਹਿੰਦੁਸਤਾਨ ਨੂੰ ਆਪਣਾ ਸਭ ਕੁਝ ਛੱਡ ਕੇ ਚੱਲ ਪਏ ਸੀ ਦੇਸ਼ ਨੂੰ ਆਜ਼ਾਦ ਕਰਾਉਣ ਲਈ। ਔਰ ਗਦਰ ਦੇ ਐਲਾਨ ਤੋਂ ਬੇਸ਼ੱਕ ਜਦੋਂ ਇਹਨਾਂ ਦੀ ਸਕੀਮ ਹੈ ਪਹਿਲੀ ਕਾਮਯਾਬ ਨਹੀਂ ਹੋਈ, ਮੁਖਬਰੀ ਹੋ ਗਈ, ਪਤਾ ਲੱਗ ਗਿਆ, ਗ੍ਰਿਫਤਾਰੀਆਂ ਹੋ ਗਈਆਂ, ਸਮਰੀ ਟਰਾਇਲ ਦੇ ਵਿੱਚ ਫੜੇ ਗਏ, ਜਿਨ੍ਹਾਂ ਨੂੰ ਆਪਾਂ ਲਾਹੌਰ ਕੌਨਸਪੀਰੇਸੀ ਕੇਸਿਸ ਕਹਿੰਦੇ ਹਾਂ। ਬਹੁਤ ਸਾਰੇ ਫਾਂਸੀ ਲੱਗ ਗਏ, ਬਹੁਤਿਆਂ ਨੂੰ ਉਮਰ ਕੈਦਾਂ ਹੋ ਗਈਆਂ। ਪਰ ਉਹ ਇੱਕ ਇਹੋ ਜਿਹਾ ਵੱਡਾ ਹੱਲਾ ਸੀ ਗਦਰ ਪਾਰਟੀ ਦਾ, ਜਿਹਨੇ ਆਜ਼ਾਦੀ ਦਾ ਇਹੋ ਜਿਹਾ ਮੁੱਢ ਬੰਨ੍ਹਿਆ ਕਿ 1947 'ਚ ਅਸੀਂ ਆਜ਼ਾਦ ਹੋਏ ਹਾਂ। ਗਦਰ ਪਾਰਟੀ ਦੀ ਉਹ ਜਿਹੜੀ ਹਿਸਟੋਰਿਕ ਦੌਰ ਸੀ, ਉਹਦਾ ਦੂਜਾ ਫੇਸ ਹੈ ਜਿਹਨੂੰ ਅਸੀਂ ਕਿਰਤੀ ਪਾਰਟੀ ਕਹਿੰਦੇ ਹਾਂ। ਸ਼ਹੀਦ ਭਗਤ ਸਿੰਘ ਉਹਨਾਂ ਦਾ ਦੌਰ ਹੈ, ਇਹ ਕੋਰੀ ਕੇਸ ਹੈ, ਮਾਰਸ਼ਲ ਲਾ, INA, ਬਬਰ ਅਕਾਲੀ ਲਹਿਰ, ਇਹ ਸਾਰੀਆਂ ਹੀ ਉਸ ਗਦਰ ਪਾਰਟੀ ਦੀ ਲਹਿਰ ਦੀਆਂ ਲੜੀਆਂ ਨੇ ਅੱਗੇ। INA ਵੀ ਉਸੇ ਲੜੀ ਦਾ ਹਿੱਸਾ ਹੈ, ਜਿਹੜੀ ਇੰਡੀਅਨ ਨੈਸ਼ਨਲ ਆਰਮੀ ਆਜ਼ਾਦੀ ਤੱਕ ਇਹ ਚੱਲਦੀ ਰਹੀ। ਔਰ ਇਹ ਜਿਹੜੀ ਵੱਡੀ ਜਿੱਥੇ ਆਪਾਂ ਖੜ੍ਹੇ ਹਾਂ ਇਮਾਰਤ, ਮੈਂ ਹੁਣ ਇਸ 'ਤੇ ਆਉਣਾ। ਸਰ ਮੈਂ ਇੱਥੇ ਤੁਹਾਨੂੰ ਥੋੜ੍ਹਾ ਜਿਹਾ ਰੋਕਣਾ ਚਾਹੂੰਗੀ, ਇਸ ਇਮਾਰਤ ਦੀ ਵੀ ਗੱਲ ਕਰਾਂਗੇ, ਪਰ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਵੀ ਇੱਥੇ ਜਿਹੜਾ ਰੰਗਮੰਚ ਵੀ ਖੇਡਿਆ ਜਾਂਦਾ ਹੈ, ਸੋ ਲਾਇਬ੍ਰੇਰੀ ਵੀ ਮੌਜੂਦ ਹੈ। ਰੰਗਮੰਚ ਬਾਰੇ ਕਿਵੇਂ ਸੋਚਿਆ ਸੀਗਾ ਕਿ ਇੱਥੇ ਜਿਹੜਾ ਰੰਗਮੰਚ ਵੀ ਖੇਡਿਆ ਜਾਏਗਾ? ਇਹੋ ਮੈਂ ਗੱਲ ਦੱਸ ਰਿਹਾ ਨਾ ਵੀ ਜਦੋਂ ਇਹ ਪਾਰਟੀਸ਼ਨ ਤੋਂ ਪਹਿਲਾਂ ਬਹੁਤ ਸਾਰੇ ਉਦੋਂ ਗਦਰੀ ਅੰਡੇਮਾਨ ਕਾਲੇ ਪਾਣੀ ਜੇਲ੍ਹਾਂ ਸਨ, ਬਹੁਤ ਸਾਰੇ ਫਾਂਸੀ ਲੱਗ ਗਏ ਸੀ। ਔਰ ਬਹੁਤ ਉਹਨਾਂ ਦੇ ਸਾਥੀ ਸੀ ਜਿਹੜੇ ਬਾਅਦ 'ਚ ਰਿਹਾ ਹੋ ਕੇ ਆਏ ਵੀ, ਅਤੇ ਉਹਨਾਂ ਸਾਰਿਆਂ ਦੀ ਇੱਕ ਇੱਛਾ ਸੀ ਵੀ ਜਿਨ੍ਹਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਸਾਥੀਆਂ ਦੀ, ਉਹਨਾਂ ਦੀ ਕੋਈ ਯਾਦਗਾਰ ਹੋਣੀ ਚਾਹੀਦੀ। ਗਦਰ ਪਾਰਟੀ ਦੀ ਜਿਹੜੀ ਹਿਸਟਰੀ ਨੂੰ ਸਾਂਭਿਆ ਜਾਵੇ ਔਰ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਸੰਭਾਲੀ ਜਾਵੇ। ਅਤੇ ਉਸ ਵੇਲੇ ਫਿਰ ਇਹ ਪਹਿਲਾਂ ਲਾਹੌਰ ਬਣਨੀ ਸੀ, ਔਰ ਉਸ ਤੋਂ ਬਾਅਦ ਪਾਰਟੀਸ਼ਨ ਤੋਂ ਬਾਅਦ ਇਹ ਜਲੰਧਰ ਜਗ੍ਹਾ ਇਹਨਾਂ ਨੂੰ ਮਿਲ ਗਈ ਜਿੱਥੇ ਆਪਾਂ ਹੁਣ ਖੜ੍ਹੇ ਹਾਂ। ਇਹ 4 ਏਕੜ ਜਗ੍ਹਾ ਉਹਨਾਂ ਗਦਰੀ ਸੂਰਬੀਰਾਂ ਨੇ, ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਜਾਂ ਉਹਨਾਂ ਦੇ ਨਾਲ ਲੱਗੇ ਰਹੇ ਸੀ, ਉਹਨਾਂ ਨੇ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਆਪਣੀਆਂ ਜ਼ਮੀਨ ਜਾਇਦਾਦਾਂ ਵੇਚ ਕੇ ਇਹ ਜਗ੍ਹਾ 4 ਏਕੜ ਜਗ੍ਹਾ ਮੁੱਲ ਲਈ ਸੀ ਉਹਨਾਂ ਨੇ। ਔਰ ਉਹਦੇ ਵਿੱਚ ਲੋਕਾਂ ਤੋਂ ਪੈਸਾ ਇਕੱਠੇ ਕੀਤੇ, ਕੈਨੇਡਾ ਅਮਰੀਕਾ ਤੋਂ ਫੰਡ ਆਇਆ, ਔਰ ਇਹ ਬਿਲਡਿੰਗ ਬਣੀ ਜਿਹਨੂੰ ਉਹਨਾਂ ਨੇ ਨਾਂ ਦਿੱਤਾ ਸੀ ਗਦਰ ਪਾਰਟੀ ਮਾਰਟੀਅਰਜ਼ ਮੈਮੋਰੀਅਲ, ਗਦਰ ਪਾਰਟੀ ਦੇ ਸ਼ਹੀਦਾਂ ਦੀ ਯਾਦਗਾਰ। ਇਹ ਸਮੁੱਚਾ ਕੰਪਲੈਕਸ ਦੇਸ਼ ਭਗਤ ਯਾਦਗਾਰ ਹਾਲ ਦੇ ਨਾਂ 'ਤੇ ਜਾਣਿਆ ਜਾਂਦਾ। ਔਰ ਉਹਦੇ ਵਿੱਚ ਉਹਨਾਂ ਦੀ ਇਹ ਹਿੰਮਤ ਸੀ, ਉਹਨਾਂ ਦੀ ਸੋਚ ਸੀ ਕਿ ਜਿੱਥੇ ਅਸੀਂ ਗਦਰ ਪਾਰਟੀ ਦੀ ਸਾਰੀ ਹਿਸਟਰੀ ਦਾ ਰਿਕਾਰਡ ਸਾਂਭ ਕੇ ਰੱਖਣਾ, ਤਸਵੀਰਾਂ ਨੂੰ, ਡਾਕੂਮੈਂਟਸ ਨੂੰ, ਕੇਸਿਸ ਨੂੰ, ਫਾਈਲਾਂ ਨੂੰ, ਉਹਨਾਂ ਦੀਆਂ ਚੀਜ਼ਾਂ ਨੂੰ, ਉੱਥੇ ਆਉਣ ਵਾਲੀ ਪੀੜ੍ਹੀ ਨੂੰ ਵੀ ਨਾਲ ਜੋੜਨ ਲਈ ਇੱਕ ਚੰਗੇ ਭਵਿੱਖ ਦੀ ਉਸਾਰੀ ਲਈ ਜੋ ਗਦਰੀ ਨੇ ਸੁਪਨਾ ਲਿਆ ਸੀ, ਉਹਦਾ ਸੁਨੇਹਾ ਲਗਾਤਾਰ ਜਾਰੀ ਰਹੇ। ਉਹਨਾਂ ਨੇ ਇੱਕ ਲਾਇਬ੍ਰੇਰੀ ਬਣਾਈ ਸੀ ਜਿਹਦੇ ਵਿੱਚ ਬਹੁਤ ਵਧੀਆ ਲਿਟਰੇਚਰ ਹਰ ਤਰ੍ਹਾਂ ਦਾ ਇੱਥੇ ਹੈਗਾ। ਇਸ ਵੇਲੇ 30-35 ਹਜ਼ਾਰ ਕਿਤਾਬ
ਔਰ ਰੰਗਮੰਚ ਦੀ ਉਸਾਰੀ ਕੀਤੀ। ਇਹਦੇ ਉੱਪਰ ਤੁਸੀਂ ਦੇਖੋ ਕਿ ਬਾਬਾ ਜਵਾਲਾ ਸਿੰਘ ਆਡੀਟੋਰੀਅਮ, ਬਾਬਾ ਜਵਾਲਾ ਸਿੰਘ ਗਦਰ ਪਾਰਟੀ ਦੇ ਉਹ ਮੋਢੀਆਂ ਵਿੱਚੋਂ ਸਨ। ਇਹਨਾਂ ਦੇ ਨਾਂ ਦੇ ਉੱਪਰ 1000 ਕੁਰਸੀ ਵਾਲਾ ਆਡੀਟੋਰੀਅਮ ਬਣਿਆ ਹੋਇਆ, ਜਿੱਥੇ ਰੰਗਮੰਚ ਚੱਲਦਾ। ਬਾਹਰ ਸ਼ਹੀਦ ਭਗਤ ਸਿੰਘ ਓਪਨ ਏਅਰ ਥੀਏਟਰ ਹੈ। ਔਰ ਅਸੀਂ ਇੱਕ ਚੰਗੇ ਕਲਚਰ ਨੂੰ, ਜਿਹਦੀ ਬੜੀ ਜ਼ਰੂਰਤ ਹੈ ਸਮਾਜ ਦੀ ਪੋਜ਼ੀਟਿਵ ਤਬਦੀਲੀ ਲਈ, ਉਹਨੂੰ ਪ੍ਰਮੋਟ ਕਰਨ ਲਈ ਦੇਸ਼ ਭਰ ਯਾਦਗਾਰ ਲਗਾਤਾਰ ਇਹਦਾ ਕਲਚਰਲ ਵਿੰਗ ਹੈ ਬਣਾਇਆ ਹੋਇਆ ਬਕਾਇਦਾ। ਇਸ ਕਰਨ ਲਈ ਉੱਥੇ ਰੰਗਮੰਚ ਵੀ ਚੱਲਦਾ ਔਰ ਸਭ ਕੁਛ ਜਿਹੜਾ ਹੈ ਐਕਟੀਵਿਟੀਜ਼ ਜਿਹੜੀਆਂ ਨੇ ਉਹ ਲਗਾਤਾਰ ਇੱਥੇ ਜਾਰੀ ਰਹਿੰਦੀਆਂ ਨੇ। ਸਰ ਜੇ ਹੁਣ ਗੱਲ ਕਰੀਏ ਵੀ ਇਸ ਤਰਫ ਜਿਹੜਾ ਕਿ ਗਦਰ ਲਹਿਰ ਦੀ ਸੂਹੀ ਲਾਟ ਬਣਾਈ ਗਈ ਹੈ, ਇਹ ਕਿਵੇਂ ਸੋਚਿਆ ਸੀਗਾ ਕਿ ਇੱਕ ਜਿਹੜੀ ਇਹ ਕਾਪੀ ਬਣਾਈ ਜਾਏ ਇੱਥੇ ਵੀ ਜੋ ਚੀਜ਼ਾਂ ਪਹਿਲਾਂ ਹੋ ਚੁੱਕੀਆਂ ਨੇ? ਇਹ ਦੇਖੋ, ਉਹ ਜਿਨ੍ਹਾਂ ਨੇ ਖੁਦ ਆਪਣੇ ਅੱਖੀਂ ਹੰਡਾਇਆ ਸੀ ਸਾਰਾ ਕੁਝ, ਇਹ ਉਹਨਾਂ ਦੀ ਸ਼ੁਰੂਆਤ ਕੀਤੀ ਹੋਈ, ਉਹਨਾਂ ਚੀਜ਼ਾਂ ਨੂੰ ਇਹ ਸੰਭਾਲ ਰਹੇ ਆ। ਉਸ ਰਿਕਾਰਡ ਦੇ ਵਿੱਚੋਂ ਕੱਢ ਕੇ ਡਿਸਪਲੇ ਵੀ ਕੀਤਾ ਹੋਇਆ। ਇਹ ਜੇ ਤੁਸੀਂ ਇੱਧਰ ਨਿਗਾਹ ਮਾਰੋ ਤੇ ਇਹ ਗਦਰ ਪਾਰਟੀ ਦਾ ਕਨਸਟੀਟਿਊਸ਼ਨ ਹੈ, ਸੰਵਿਧਾਨ ਗਦਰ ਪਾਰਟੀ ਦਾ। ਜੇ ਤੁਸੀਂ ਇਹਨੂੰ ਗੌਰ ਨਾਲ ਪੜ੍ਹੋ ਤਾਂ ਤੁਹਾਨੂੰ ਪਤਾ ਲੱਗੇਗਾ ਵੀ ਉਹਨਾਂ ਦੀ ਕਿੰਨੀ ਵੱਡੀ ਸੋਚ ਸੀ। ਉਹ ਸਾਰੀ ਦੁਨੀਆ ਦੇ ਵਿੱਚ ਇੱਕ ਬਰਾਬਰੀ ਵਾਲਾ ਸਮਾਜ ਚਾਹੁੰਦੇ ਸੀ। ਔਰ ਇਹ ਕਨਸਟੀਟਿਊਸ਼ਨ ਜਿਹੜਾ ਉਹਨਾਂ ਨੇ ਸਭ ਤੋਂ ਪਹਿਲਾਂ ਹੱਥ ਨਾਲ ਲਿਖ ਕੇ ਲਾਇਆ ਹੋਇਆ, ਇਹ ਅਸੀਂ ਰਿਕਾਰਡ ਜਿਹਨੂੰ ਕੱਢ ਕੇ ਤੁਹਾਡੀ ਲਾਇਆ। ਔਰ ਜਿਹੜਾ ਸਾਡੇ ਨਾਲ ਇਹ ਸਾਰਾ ਸੁਨੇਹਾ ਹੈ, ਇਹ ਮੈਂ ਤੁਹਾਨੂੰ ਉਹ ਦਿਖਾਉਂਦਾ। ਸਭ ਤੋਂ ਵੱਧ ਜਿਹੜੀ ਇਸ ਲਹਿਰ ਦੇ ਵਿੱਚ ਇਤਿਹਾਸਕ ਚੀਜ਼ਾਂ ਨੇ, ਜੇ ਸਾਹਮਣੇ ਦੇਖੋ ਤਾਂ ਤੁਹਾਨੂੰ ਇੱਕ ਦਿਸੇਗਾ, ਇਹ ਫਾਂਸੀ ਦਾ ਫੰਦਾ। ਇਹ ਲਾਹੌਰ ਜੇਲ੍ਹ ਦੇ ਵਿੱਚ ਐਗਜ਼ੈਕਟਲੀ ਸੇਮ ਇਹ ਬਣਿਆ ਸੀ, ਜਿਹੜਾ ਹੁਣ ਉਹਨਾਂ ਨੇ ਡਿਸਮੈਂਟਲ ਕਰ ਦਿੱਤਾ। ਇਸ ਦੇ ਉੱਤੇ ਬਹੁਤ ਸਾਰੇ ਗਦਰ ਪਾਰਟੀ ਦੇ ਜਿਹੜੇ ਸ਼ਹੀਦਾਂ ਨੂੰ, ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਹੋਣਾ ਦੇ ਦੌਰ ਤੱਕ, ਬਾਬਰ ਅਕਾਲੀਆਂ ਤੱਕ ਇੱਥੇ ਫਾਂਸੀ ਲੱਗੇ ਸੀ। ਉਹ ਸ਼ਹਾਦਤਾਂ ਦਿੱਤੀਆਂ ਉਹਨਾਂ ਨੇ। ਇਹ ਉਹਨਾਂ ਦੀ ਯਾਦ ਦਵਾਉਂਦਾ ਸਾਰਾ। ਉਹਦਾ ਪੂਰਾ ਐਗਜ਼ੈਕਟਲੀ ਉਹਦੀ ਰਿਕਾਰਡ ਦੇ ਜੋ ਫੋਟੋ ਲੈ ਕੇ ਬਣਾਇਆ। ਆਹ ਸਾਹਮਣੇ ਲਾਹੌਰ ਜੇਲ੍ਹ ਦੀ ਫੋਟੋ ਹੈ, ਜਿੱਥੇ ਗਦਰੀਆਂ ਨੂੰ ਫੜ ਕੇ ਬੰਦ ਕੀਤਾ ਜਾਂਦਾ ਸੀ। ਔਰ ਉਹਦੇ ਵਿੱਚ ਤੁਸੀਂ ਇਨਸਰਟ 'ਚ ਦੇਖੋਗੇ ਤਾਂ ਇਹ ਉਹ ਅਦਾਲਤ ਹੈ ਜਿੱਥੇ ਕੋਈ ਦਲੀਲ, ਕੋਈ ਵਕੀਲ, ਕੁਛ ਨਹੀਂ, ਸਾਰਾ ਕੁਛ ਸਮਰੀ ਟ੍ਰਾਇਲ ਕਰਕੇ ਉਹਨਾਂ ਨੂੰ ਲਾਹੌਰ ਕੌਨਸਪੀਰੇਸੀ ਕੇਸਿਸ ਕਹਿੰਦੇ ਸੀ। ਉਹੀ ਗਵਾਹ ਹਰ ਕੇਸ 'ਚ, ਤੱਟ ਫੱਟ ਫੈਸਲੇ, ਇੱਕੋ ਦਿਨ 'ਚ ਸਭ ਕੁਝ, ਕਿਸੇ ਨੂੰ ਉਮਰ ਕੈਦ, ਫਾਂਸੀ। ਔਰ ਇਹ ਜੇ ਦੂਜੇ ਪਾਸੇ ਦੇਖੋ ਤਾਂ ਇਹ ਅੰਡੇਮਾਨ ਕਾਲੇ ਪਾਣੀ ਦੀ ਉਹ ਜੇਲ੍ਹ ਹੈ ਜਿੱਥੇ ਗਦਰੀਆਂ ਨੇ 20-20 ਸਾਲ ਜੇਲ੍ਹਾਂ ਕੱਟੀਆਂ। ਇਹ ਉਹ ਸੂਰਬੀਰ ਨੇ ਗਦਰ ਪਾਰਟੀ ਦੇ, ਜਿਨ੍ਹਾਂ ਨੇ ਬਾਬਾ ਸੋਹਣ ਸਿੰਘ ਭਕਨਾ, ਜਿਹੜੇ ਗਦਰ ਪਾਰਟੀ ਦੇ ਪਹਿਲੇ ਪ੍ਰਧਾਨ ਸੀ, ਬਾਬਾ ਚੀਮਾ ਜੀ, ਇਹ ਸਾਰੇ ਜਿੱਥੇ ਗਦਰ ਪਾਰਟੀ ਦੀ ਵੇਲੇ ਵੀ ਇਹਨਾਂ ਨੂੰ ਉਮਰ ਕੈਦਾਂ ਕੱਟੀਆਂ। ਇਹਨਾਂ ਨੂੰ ਉਸ ਤੋਂ ਬਾਅਦ ਕਿਸਾਨੀ ਮੰਗਾਂ ਲਈ ਵੀ ਇਹਨਾਂ ਨੇ ਮੋਰਚੇ ਲਾਏ। ਔਰ ਇਹ ਹੱਥਕੜੀਆਂ ਬੇੜੀਆਂ ਦੇ ਵਿੱਚ ਜਕੜੇ ਹੋਏ ਨੇ। ਇਹ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ 1938 ਦੀ ਫੋਟੋਗ੍ਰਾਫ ਹੈ, ਜਦੋਂ ਇਹਨਾਂ ਨੇ ਕਿਸਾਨੀ ਮੋਰਚਾ ਲਾਇਆ ਸੀ। ਉਦੋਂ ਮੋਗਾ ਮੋਰਚਾ ਨੂੰ ਕਹਿੰਦੇ ਆ, ਉਦੋਂ ਗ੍ਰਿਫਤਾਰੀਆਂ ਦਿੱਤੀਆਂ ਸਨ। ਔਰ ਜੇ ਤੁਸੀਂ ਦੂਜੇ ਪਾਸੇ ਆਓ ਤਾਂ ਤੁਹਾਨੂੰ ਮੈਂ ਦਿਖਾਵਾਂ, ਇਹ ਉਹ ਬਾਬਰ ਅਕਾਲੀ 6 ਨੇ ਜਿਨ੍ਹਾਂ ਨੂੰ ਬਾਬਰ ਅਕਾਲੀ ਲਹਿਰ ਦੇ ਕੇਸ ਦੇ ਵਿੱਚ ਇਸੇ ਜੇਲ੍ਹ ਦੇ ਵਿੱਚ ਬੰਦ ਕਰਕੇ ਔਰ ਇਸ ਫੰਦੇ 'ਤੇ ਫਾਂਸੀ ਲਟਕਾਇਆ ਸੀ ਉਹਨਾਂ ਦੀਆਂ ਡੈਡ ਬੋਡੀਜ਼ ਨੇ। ਇਹ ਸਾਰਾ ਰਿਕਾਰਡ ਜਿਹੜਾ ਹੈ ਅਸੀਂ ਅੱਜ ਇਸ ਮਿਊਜ਼ੀਅਮ ਦੇ ਵਿੱਚ ਰੱਖ ਰਹੇ ਹਾਂ। ਇਸੇ ਤਰ੍ਹਾਂ ਇਹ ਉੱਪਰ ਇੱਕ 1915 ਨੂੰ 22-23 ਫਰਵਰੀ ਨੂੰ ਸਿੰਗਾਪੁਰ ਦੀ ਇੱਕ ਮਿਊਟਨੀ ਹੋਈ ਸੀ। ਉੱਥੇ ਫੌਜੀਆਂ ਨੇ ਬਗਾਵਤ ਕੀਤੀ ਸੀ। ਉਹਨਾਂ ਦਾ ਕੋਰਟ ਮਾਰਸ਼ਲ ਕਰਕੇ ਉਹਨਾਂ ਨੂੰ ਗੋਲੀਆਂ ਨਾਲ ਉਡਾਇਆ ਗਿਆ ਸੀ। ਔਰ ਥੱਲੇ ਦੇਖੋਗੇ ਤੇ ਇਹ ਜਿੱਦਾਂ ਤਸੀਹੇ ਦਿੰਦੇ ਸੀ, ਸਜ਼ਾਵਾਂ ਦਿੰਦੇ ਸੀ। ਉੱਥੇ ਅੰਡੇਮਾਨ ਜੇਲ੍ਹ ਦੇ ਵਿੱਚ ਨਾਰੀਅਲ ਬਹੁਤ ਹੁੰਦਾ, ਉੱਥੇ ਨਾਰੀਅਲ ਤੋੜ ਕੇ ਉਹਦਾ ਤੇਲ ਕੱਢਣ ਦੀਆਂ ਸਜ਼ਾਵਾਂ ਦਿੰਦੇ ਸੀ। ਕੋਲੂ ਗੜਾਉਂਦੇ ਸੀ ਹੱਥ ਨਾਲ। ਇਸ ਤਰ੍ਹਾਂ ਦੀਆਂ ਉਹ ਯਾਦਾਂ ਜਿਹੜੀਆਂ ਨੇ, ਉਹ ਹਿਸਟੋਰਿਕ ਚੀਜ਼ਾਂ, ਉਹ ਅਸੀਂ ਡਿਸਪਲੇ ਕਰ ਰਹੇ ਹਾਂ। ਇਸੇ ਤਰ੍ਹਾਂ ਤੁਸੀਂ ਦੇਖੋਗੇ ਜਲ੍ਹਿਆਂਵਾਲੇ ਬਾਗ ਦਾ ਮੈਸੇਕਰ ਦਾ ਜਿਹੜਾ ਸੀਨ ਸੀ, ਉਹ ਖੂਨੀ ਕਾਂਡ 13 ਅਪ੍ਰੈਲ 1919 ਦਾ, ਉਹਨੂੰ ਦਰਸਾਇਆ ਗਿਆ। ਇਸ ਤਰ੍ਹਾਂ ਸਾਰੀ ਉਹਨਾਂ ਦੀ ਯਾਦ ਦੇ ਵਿੱਚ ਇਹ ਮਿਊਜ਼ੀਅਮ ਜਿਹੜਾ ਗਦਰੀ ਮਿਊਜ਼ੀਅਮ ਹੈ, ਬਾਬਾ ਸੋਹਣ ਸਿੰਘ ਭਕਨਾ ਮਿਊਜ਼ੀਅਮ, ਇਹਨੂੰ ਅਸੀਂ ਸ਼ੁਰੂਆਤ ਇਸ ਲੌਬੀ ਤੋਂ ਕੀਤੀ ਹੋਈ ਹੈ। ਸੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਜਿੱਥੇ ਕਿ ਗਦਰ ਪਾਰਟੀ ਦੇ ਸ਼ਹੀਦਾਂ ਦੀਆਂ ਅਸਥੀਆਂ ਮੌਜੂਦ ਨੇ। ਇਸ ਤਰਫ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀਆਂ ਅਸਥੀਆਂ ਜਿਹੜੀਆਂ ਇੱਟਾਂ ਨੇ ਉਸ ਸਮੇਂ 'ਤੇ ਵਰਤੀਆਂ ਜਾਂਦੀਆਂ ਸੀਗੀਆਂ, ਉਹ ਸਾਰਾ ਕੁਝ ਇੱਥੇ ਮੌਜੂਦ ਹੈ। ਸੋ ਸਰ ਸਾਨੂੰ ਇਹ ਵੀ ਦੱਸਣਗੇ ਕਿ ਕਿੱਥੋਂ ਆਈਆਂ ਨੇ, ਕਿੰਨੇ ਸਾਲ ਪੁਰਾਣੀਆਂ ਨੇ ਅਤੇ ਕਿਵੇਂ ਉਹਨਾਂ ਨੂੰ ਮਿਲੀਆਂ ਸੀਗੀਆਂ? ਇਹ ਜੋ ਤੁਸੀਂ ਅਸ਼ਕਾਂ ਦੇਖ ਰਹੇ ਹੋ, ਇਹ ਇੱਕ ਜਿਹੜਾ ਇੱਕ ਮਿਊਜ਼ੀਅਮ ਬਣਾਇਆ ਗਦਰ ਪਾਰਟੀ ਦਾ, ਇਹਦੀ ਇੱਕ ਪੰਜਾਬ ਦੇ, ਜਿਵੇਂ ਤੁਹਾਨੂੰ ਪਹਿਲਾਂ ਮੈਂ ਦੱਸਿਆ ਕਿ 1849 ਤੋਂ ਜਦੋਂ ਅੰਗਰੇਜ਼ ਪੰਜਾਬ 'ਚ ਆਉਂਦਾ ਤਾਂ ਉਦੋਂ ਤੋਂ ਹੀ ਇੱਕ ਲੜਾਈ ਸ਼ੁਰੂ ਹੋ ਚੁੱਕੀ ਸੀ। ਉਸ ਦੇ ਵਿੱਚ ਜਿਹੜੀ ਸ਼ਾਮ ਸਿੰਘ ਅਟਾਰੀ ਵਾਲਾ, ਭਾਈ ਮਹਾਰਾਜ ਸਿੰਘ, ਇਹ ਸਾਰਿਆਂ ਨੇ ਜਿਹੜੀ ਮੂਵਮੈਂਟ ਸ਼ੁਰੂ ਕੀਤੀ ਸੀ 49 ਦੀ, ਉਹਦੇ ਸਿਲਸਿਲੇ ਦੇ ਵਿੱਚ ਅੱਗੇ ਇਹ ਕੜੀ ਜੁੜਦੀ ਹੈ 1857 ਦੇ ਗਦਰ ਨਾਲ।
ਇਹ ਜੇ ਤੁਸੀਂ ਆਹ ਸਾਰੀਆਂ ਤਸਵੀਰਾਂ ਦੇਖੋ, ਇਹ ਮੰਗਲ ਪਾਂਡੇ, ਝਾਂਸੀ ਦੀ ਰਾਣੀ, ਬੇਗਮ ਹਜ਼ਰਤ ਮਾਹਲ, ਇਹ ਸਾਰੇ ਜਿਹੜੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ 1857 ਦੇ ਗਦਰ ਦੇ ਨਾਲ ਸੰਬੰਧਿਤ ਨੇ। ਉਹ ਇੱਕ ਸ਼ੁਰੂਆਤ ਸੀ ਜਿਹਦੀ ਗੂੰਜ ਅੱਗੇ ਚੱਲਦੀ ਗਈ। ਇਹ ਜੇ ਤੁਸੀਂ ਬੋਨਸ ਬਾਰੇ ਦੇਖ ਰਹੇ ਹੋ, ਇਹ ਤੁਸੀਂ ਇੱਕ ਬਹੁਤ ਇਸ ਲਹਿਰ ਦਾ ਇੱਕ ਇਤਿਹਾਸਕ ਕਾਂਡ ਹੈ, ਉਹਨੂੰ ਇਹ ਕਾਲਿਆਂ ਵਾਲਾ ਖੂਹ ਕਹਿੰਦੇ ਆ। ਅੰਮ੍ਰਿਤਸਰ ਦੇ ਵਿੱਚ ਏਅਰਪੋਰਟ ਤੇ ਜੇ ਤੁਸੀਂ ਜਾਈ ਨਾ ਅਜਨਾਲਾ, ਇਹ ਅਜਨਾਲੇ ਦੇ ਵਿੱਚ ਇਹਨੂੰ ਕਾਲਿਆਂ ਵਾਲੇ ਖੂਹ ਕਰਕੇ ਜਾਣਦੇ ਆ। ਇਹ ਤੁਸੀਂ ਇੱਕ ਤਸਵੀਰ ਦੇਖੋ ਤੇ ਉੱਥੇ ਇੱਕ ਖੂਹ ਦਾ ਦ੍ਰਿਸ਼, ਇਹ ਬੋਨਸ ਨੇ। ਇਹਦੀ ਇਹ ਹਿਸਟਰੀ ਹੈਗੀ ਕਿ ਮੀਆਂ ਮੀਰ ਛਾਉਣੀ ਦੇ ਇੱਕ ਸਿਪਾਹੀਆਂ ਨੇ ਉਦੋਂ ਬਗਾਵਤ ਕੀਤੀ ਸੀ, ਜ਼ਿਆਦਾ ਯੂਪੀ ਦੇ ਸੀ ਉਹਨਾਂ 'ਚ। ਇਹਨਾਂ ਨੂੰ ਅੰਗਰੇਜ਼ ਫੌਜਾਂ ਨੇ ਡਿਸਆਰਮ ਕਰਕੇ ਰਾਵੀ ਦੇ ਕੰਢੇ 'ਤੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ। ਬਹੁਤੇ ਫੜੇ ਗਏ ਉੱਥੇ, ਕਈਆਂ ਨੂੰ ਉੱਥੇ ਗੋਲੀਆਂ ਨਾਲ ਵੀ ਭੁੰਨਿਆ, ਪਰ ਬਹੁਤਿਆਂ ਨੂੰ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਡਿਸਆਰਮ ਕਰਕੇ। ਅਤੇ ਉਦੋਂ ਇਹ ਸਾਉਣ ਭਾਦੋਂ ਦੇ ਦਿਨ ਸੀ ਜਦੋਂ ਕਿ ਇਹ ਉਹਨਾਂ ਨੂੰ ਹੋਇਆ। ਅਜਨਾਲੇ ਤਹਿਸੀਲ ਦੇ ਵਿੱਚ ਇਹਨਾਂ ਨੂੰ ਲਿਆ ਕੇ ਰਾਤ ਨੂੰ ਸ਼ਾਮ ਨੂੰ ਇੱਕ ਛੋਟੇ ਜੇਲ੍ਹਨੁਮਾ ਕਮਰੇ 'ਚ ਬੰਦ ਕਰਤਾ। ਇੱਕ ਉਦੋਂ ਹੁਮਸ, ਗਰਮੀ, ਬਹੁਤ ਸਾਰੇ ਜਿਹੜੇ ਸਿਪਾਹੀ ਸੀ, ਕੋਈ ਸਹਿਕਦੇ ਰਹੇ, ਕੋਈ ਉੱਦਾਂ ਬੇਹੋਸ਼ ਹੋਏ। ਸਵੇਰੇ ਉਹਨਾਂ ਨੂੰ ਉਸ ਕਮਰੇ 'ਚੋਂ ਕੱਢ ਕੇ ਅਤੇ ਉਹਦੇ ਤਹਿਸੀਲ ਦੇ ਵਿੱਚ ਸਾਹਮਣੇ ਖੂਹ ਸੀ, ਉਹਦੇ ਵਿੱਚ ਸ਼ੂਟ ਕਰਕੇ ਸੁੱਟੀ ਗਏ। ਕੋਈ ਮਰਿਆ, ਅੱਧ ਮਰਿਆ ਗੋਲੀਆਂ ਮਾਰ ਕੇ, ਅਤੇ ਉਹਨਾਂ ਨੂੰ ਬਾਅਦ 'ਚ ਮਿੱਟੀ ਪਾ ਕੇ ਦਬਤਾ। ਇਸ ਕਾਂਡ ਦੀ ਜਿਹੜੀ ਇੱਕ ਵਰਬਲ ਦੰਦ ਕਥਾ ਚੱਲਦੀ ਰਹੀ ਪਿੰਡਾਂ ਦੇ ਵਿੱਚ, ਲੋਕਾਂ ਨੇ ਉਸ ਜਗ੍ਹਾ ਬਾਰੇ ਗੱਲਾਂ ਕਰਨੀਆਂ। ਉਹਦੇ ਉੱਤੇ ਇੱਕ ਮਿੱਟੀ ਦਾ ਥੇਹ ਬਣ ਗਿਆ, ਇੱਕ ਮਮਟੀ ਜੀ ਬਣਾਤੀ। ਪਰ ਇਹ ਜਿਹੜੀ ਇੱਕ ਓਰਲ ਹਿਸਟਰੀ ਦੇ ਵਿੱਚ ਉਹ ਮੌਜੂਦ ਸੀ, ਦੂਜੀ ਹਿਸਟਰੀ 'ਚ ਵੀ ਹੈ ਹੁੰਦਾ ਸਾਰਾ। ਅਤੇ ਇਹਨੂੰ 4-5 ਸਾਲ ਪਹਿਲੋਂ ਜਿਹੜੇ ਹਿਸਟੋਰੀਅਨਸ ਨੇ ਲੱਭ ਕੇ ਸਾਰੇ ਲੋਕਾਂ ਦੇ ਸਹਿਯੋਗ ਨਾਲ ਉਹਦੀ ਦੁਬਾਰਾ ਪਟਾਈ ਕੀਤੀ, ਔਰ ਉਹ ਖੂਹ ਮਿਲ ਗਿਆ ਉੱਥੋਂ। ਇਸ ਖੂਹ ਦੀ ਪਟਾਈ ਕਰਕੇ ਉਹਦੇ ਵਿੱਚੋਂ ਅਸ਼ਤੀਆਂ ਨਿਕਲੀਆਂ ਨੇ ਉਹਨਾਂ ਬਹਾਦਰ ਸਿਪਾਹੀਆਂ ਦੀਆਂ ਜਿਨ੍ਹਾਂ ਨੇ ਬਗਾਵਤ ਕੀਤੀ ਸੀ। ਇਹ ਅਜਨਾਲੇ ਦੇ ਵਿੱਚ ਹੈ ਨੇ ਉਹਨਾਂ ਦੀ ਸਕਲਜ਼, ਬੋਨਸ। ਇਹ ਉਹ ਖੂਹ ਦੀਆਂ ਇੱਟਾਂ ਨੇ, ਇਹ ਉਹ ਖੂਹ ਦੀ ਮਿੱਟੀ ਹੈ। ਹੁਣ ਉਸ ਯਾਦਗਾਰ ਨੂੰ ਆਜ਼ਾਦੀ ਲਹਿਰ ਦੇ ਉਸ ਸੂਹੇ ਕਾਂਡ ਦੇ ਰੂਪ ਦੇ ਵਿੱਚ ਸੰਭਾਲ ਕੇ ਰੱਖਿਆ ਹੋਇਆ। ਉਹਦਾ ਇੱਕ ਪੋਰਸ਼ਨ ਅਸੀਂ ਲਿਆ ਕੇ ਇਸ ਜਗ੍ਹਾ 'ਤੇ ਰੱਖਿਆ, ਔਰ ਵੱਡਾ ਪੋਰਸ਼ਨ ਇਹ ਉੱਥੇ ਹੈ ਜਿਹ 'ਚ ਪੂਰੀਆਂ ਲੈਂਸ ਨੇ, ਉਹਨਾਂ ਦੇ ਜਿਹੜੇ ਬਰੈਸਲੇਟ ਪਾਇਆ ਸੀ, ਕੋਈ ਹੱਥਾਂ ਦੇ ਵਿੱਚ ਪਹਿਨਿਆ ਹੋਇਆ ਸੀ ਗਲ 'ਚ, ਉਹ ਚੀਜ਼ਾਂ ਸਾਰੀਆਂ ਮੌਜੂਦ ਨੇ। ਇਹ ਉਸ ਦੌਰ ਦਾ ਇੱਕ ਇਤਿਹਾਸਕ ਕਾਂਡ ਸੀ ਜਿਹੜਾ ਉਹਦੀ ਯਾਦਗਾਰ ਅੱਜ ਵੀ ਤਾਜ਼ਾ ਇਹ ਕਰਾਉਂਦਾ। ਇਸੇ ਤਰ੍ਹਾਂ ਅਸੀਂ ਇਹਨੂੰ ਚੱਲਦੇ ਹਾਂ ਅੱਗੇ। 1848 ਤੋਂ ਬਾਅਦ ਜਿਹੜੀ ਮੂਵਮੈਂਟ ਚੱਲਦੀ ਵੱਖਰੀ ਵੱਖਰੀ, 1872 ਦੀ ਕੂਕਾ ਮੂਵਮੈਂਟ ਹੈ, ਇਹ ਸਾਰਿਆਂ ਨੂੰ ਪਤਾ ਕਿ ਬਾਬਾ ਰਾਮ ਸਿੰਘ ਦੀ ਅਗਵਾਈ ਵਿੱਚ ਚੱਲੀ ਸੀ। ਇਸ ਤੋਂ ਅੱਗੇ ਇਸੇ ਤਰ੍ਹਾਂ ਇਹ ਮਿਊਜ਼ੀਅਮ ਚੱਲਦਾ ਜਾਏਗਾ। 1905 ਦੀ ਪਗੜੀ ਸੰਭਾਲ ਜੱਟਾ ਮੂਵਮੈਂਟ, ਜਿਹੜੇ ਹਾਂਜੀ ਇਸੇ ਤਰ੍ਹਾਂ ਇਹ ਜਿਹੜਾ ਮਿਊਜ਼ੀਅਮ ਦੀ ਲੜੀ ਹੈਗੀ 1849 ਤੋਂ ਲੈ ਕੇ 1947 ਤੱਕ ਚੱਲੇਗੀ। ਇਹ 1905 ਦੀ ਮੂਵਮੈਂਟ ਹੈ, ਪਗੜੀ ਸੰਭਾਲ ਜੱਟਾ ਮੂਵਮੈਂਟ ਦੇ ਨਾਲ ਮਸ਼ਹੂਰ ਹੈ। ਇਸ ਤੋਂ ਅੱਗੇ ਗਦਰ ਪਾਰਟੀ ਦਾ ਜਿਹੜਾ ਹਾਰਡਿੰਗ ਬੰਬ ਕੇਸ ਸੀ ਉਹ ਹੈ 1912 ਵਾਲਾ। ਫਿਰ 13 ਤੋਂ ਗਦਰ ਪਾਰਟੀ ਬਣ ਜਾਂਦੀ ਹੈ। ਉਸ ਤੋਂ ਬਾਅਦ ਗਦਰ ਪਾਰਟੀ ਦਾ ਦੂਜਾ ਦੌਰ ਆ ਜਾਂਦਾ ਜਿਹਨੂੰ ਕਿਰਤੀ ਪਾਰਟੀ ਕਹਿੰਦੇ ਆ। ਉਸ ਤੋਂ ਅੱਗੇ ਸ਼ਹੀਦ ਭਗਤ ਸਿੰਘ ਹੋਣਾ ਦਾ ਦੌਰ ਆ ਜਾਂਦਾ, ਨੌਜਵਾਨ ਭਾਰਤ ਸਭਾ ਦਾ। ਇਹਦੇ ਨਾਲ ਨਾਲ ਹੀ ਦੁਆਬੇ ਦੇ ਵਿੱਚ ਜਿਹੜੀ ਚੱਲਦੀ ਬਾਬਰ ਅਕਾਲੀ ਲਹਿਰ ਉਹ ਹੈ। ਉਸ ਤੋਂ ਬਾਅਦ ਜਲ੍ਹਿਆਂਵਾਲੇ ਬਾਗ ਦਾ ਮਾਰਸ਼ਲ ਕੋਰਟ ਜਿਹੜਾ ਲਾਅ ਸੀ ਉਸ ਵੇਲੇ ਦਾ, ਕਾਕੋਰੀ ਕੇਸ ਤੋਂ ਲੈ ਕੇ ਇਹ ਆਪਣਾ INA ਇੰਡੀਅਨ ਨੈਸ਼ਨਲ ਆਰਮੀ ਤੱਕ ਚੱਲਦਾ। ਇਹ 100 ਸਾਲ ਦੀ ਪੂਰੀ ਹਿਸਟਰੀ ਨੂੰ ਦਰਸਾਉਂਦਾ ਇਹ ਮਿਊਜ਼ੀਅਮ ਹੈ, ਜਿਹਨੂੰ ਅਸੀਂ ਉਸ ਰਿਕਾਰਡ ਦੇ ਵਿੱਚੋਂ ਕੱਢ ਕੇ ਅੱਜ ਦੀ ਪੀੜ੍ਹੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੁਝ ਚੀਜ਼ਾਂ ਨੇ ਜਿਵੇਂ ਇੱਕ ਡਕੈਤੀ ਦੇ ਵਿੱਚ ਬਾਬਿਆਂ ਨੇ ਇੱਥੋਂ ਲੁੱਟਿਆ ਸੀ ਇੱਕ ਸ਼ਾਹੂਕਾਰ ਨੂੰ, ਇਹ ਉਹਦੀ ਤਿਜੋਰੀ ਹੈ। ਅਤੇ ਇਸੇ ਤਰ੍ਹਾਂ ਤੁਸੀਂ ਅੱਗੇ ਜਾ ਕੇ ਦੇਖੋਗੇ ਸ਼ਹੀਦ ਊਧਮ ਸਿੰਘ ਜਿਹੜੇ ਸੀ ਲੰਡਨ ਦੇ ਵਿੱਚ ਫਾਂਸੀ ਲੱਗੇ, ਉਹ ਜਦੋਂ ਫਾਂਸੀ ਤੋਂ ਪਹਿਲਾਂ ਜੇਲ੍ਹ ਦੇ ਵਿੱਚ ਕਿਤਾਬ ਪੜ੍ਹਦੇ ਹੁੰਦੇ ਤੇ ਹੀਰ ਉਹਦੀ ਕਾਪੀ ਪਈ ਹੋਈ ਹੈ। ਇਸ ਤਰ੍ਹਾਂ ਦੀਆਂ ਇਤਿਹਾਸਕ ਚੀਜ਼ਾਂ ਜਿਹੜੀਆਂ ਉਸ ਲਹਿਰ ਦੇ ਨਾਲ ਸੰਬੰਧਿਤ ਉਹ ਸਾਰੀਆਂ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ, ਔਰ ਲੱਭ ਰਿਹਾ ਹੋਰ ਵੀ, ਤਾਂ ਕਿ ਮਿਊਜ਼ੀਅਮ ਪੂਰਾ ਇਨਰਿਚ ਹੋਵੇ, ਗਦਰ ਪਾਰਟੀ ਦਾ ਸੁਨੇਹਾ ਵੀ ਦੇਵੇ, ਔਰ ਅੱਜ ਦੀ ਪੀੜ੍ਹੀ ਨੂੰ ਉਹਨਾਂ ਨਾਲ ਵੀ ਜੋੜ ਕੇ ਰੱਖੇ। ਇਹ ਸਾਡੀ ਇਸ ਦੀ ਕੋਸ਼ਿਸ਼ ਲਗਾਤਾਰ। ਬਹੁਤ ਸੋਹਣਾ ਜਿਹੜਾ ਮਿਊਜ਼ੀਅਮ ਇੱਥੇ ਬਣਾਇਆ ਗਿਆ ਹੈ, ਔਰ ਜਿਹੜੀਆਂ ਪੁਰਾਣੀਆਂ ਯਾਦਾਂ ਨੇ ਉਹ ਵੀ ਇੱਥੇ ਆ ਕੇ ਬਿਲਕੁਲ ਤਾਜ਼ਾ ਹੁੰਦੀਆਂ ਨੇ। ਸੋ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ। ਤਦ ਤੱਕ ਸਾਡਾ ਚੈਨਲ ਦੇਖਦੇ ਰਹੋ, ਪ੍ਰੋ ਸਨੇਹਾ TV। ਸਤਿ ਸ਼੍ਰੀ ਅਕਾਲ।